हाँ जी, सत श्री अकाल साਰਿਆਂ ਨੂੰ। एग्जाम प्लस एजुकेशन ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਆਪਾਂ ਇੰਡੀਅਨ ਹਿਸਟਰੀ ਦੇ ਟੌਪ MCQ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ ਮਾਡਰਨ ਹਿਸਟਰੀ ਦੇ ਕੁਐਸਚਨ ਕਰ ਰਹੇ ਹਾਂ ਔਰ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਆਪਾਂ ਡਿਸਕਸ ਕਰ ਰਹੇ ਹਾਂ। ਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹ ਦੋਨੇ ਭਾਸ਼ਾਵਾਂ ਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ, ਜਿਹਦੇ ਵਿੱਚ ਕੁਐਸਚਨ ਇੰਗਲਿਸ਼ ਦੇ ਵਿੱਚ ਵੀ ਲਿਖੇ ਹੋਏ ਹੈ ਔਰ ਪੰਜਾਬੀ ਦੇ ਵਿੱਚ ਵੀ। ਤੇ ਇਹਦੀ ਨਾਲ ਦੀ ਨਾਲ ਤੁਹਾਨੂੰ PDF ਵੀ ਫ੍ਰੀ ਦਿੱਤੀ ਜਾ ਰਹੀ ਹੈ, ਜਿਹੜੀ ਕਿ ਤੁਸੀਂ ਟੈਲੀਗ੍ਰਾਮ ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ, ਜਿਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਜੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਹੁਣ ਆਪਾਂ ਦੇਖਦੇ ਹਾਂ ਆਪਣਾ ਪਹਿਲਾ ਕੁਐਸਚਨ। ਪਹਿਲਾ ਕੁਐਸਚਨ ਹੈ ਜੀ, ਐਜ਼ ਪਰ ਦੀ ਐਕਟ ਆਫ 1919 ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਵਾਜ ਨੋਟ ਕਰੈਕਟ। ਵੀ ਜਿਹੜਾ 1919 ਦਾ ਐਕਟ ਸੀ ਉਹਦੇ ਤਹਿਤ ਕਿਹੜੀ ਸਟੇਟਮੈਂਟ ਸਹੀ ਨਹੀਂ ਹੈ, ਮਤਲਬ ਕਿਹੜਾ ਕਥਨ ਸਹੀ ਨਹੀਂ ਹੈ। ਪਹਿਲਾ ਸਟੇਟਮੈਂਟ ਕੀ ਹੈ ਵੀ ਬ੍ਰਿਟਿਸ਼ ਇੰਡੀਆ ਮਸਟ ਰਿਮੇਨ ਐਨ ਇੰਟੈਗਰਲ ਪਾਰਟ ਆਫ ਬ੍ਰਿਟਿਸ਼ ਅੰਪਾਇਰ। ਕੀ ਹੈ ਵੀ ਜਿਹੜਾ ਬ੍ਰਿਟਿਸ਼ ਇੰਡੀਆ ਸੀ ਉਹ ਇੰਟੈਗਰਲ ਪਾਰਟ ਰਹੂਗਾ ਬ੍ਰਿਟਿਸ਼ ਅੰਪਾਇਰ ਦਾ। ਇਹ ਬਿਲਕੁਲ ਸਟੇਟਮੈਂਟ ਸਹੀ ਹੈ 1919 ਦੇ ਐਕਟ ਦੇ ਤਹਿਤ। ਠੀਕ ਹੈ। ਸੈਕੰਡ ਕੀ ਹੈ ਜੀ, ਰਿਸਪੋਂਸੀਬਲ ਗਵਰਨਮੈਂਟ ਵੁੱਡ ਵੀ ਰਿਲਾਈਡ ਓਨਲੀ ਬਾਈ ਦੀ ਪ੍ਰੋਗਰੈਸਿਵ ਸਟੇਜ। ਅਤੇ ਜ਼ਿੰਮੇਵਾਰ ਸਰਕਾਰ ਦਾ ਵੀ ਇਹ ਸੀ ਵੀ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾਣਾ। ਠੀਕ ਹੈ, ਇਹ ਵੀ ਬਿਲਕੁਲ ਸਹੀ ਹੈ। ਤੀਜਾ ਕੀ ਹੈ, ਪ੍ਰੋਵਿੰਸ਼ੀਅਲ ਸਬਜੈਕਟ ਵਰ ਕਲਾਸੀਫਾਈਡ ਇਨਟੂ ਰਿਜ਼ਰਵਡ ਸਬਜੈਕਟ ਐਂਡ ਟਰਾਂਸਫਰ ਸਬਜੈਕਟ। ਇਹ ਵੀ ਸਟੇਟਮੈਂਟ ਸਹੀ ਹੈ ਜੀ। ਇਹਦਾ ਕੀ ਮਤਲਬ ਹੈ, ਜਿਹੜੀ ਸਬਜੈਕਟ ਸੀਗੇ ਦੋ ਭਾਗਾਂ ਦੇ ਵਿੱਚ ਵੰਡੇ ਗਏ ਸੀ, ਇੱਕ ਰਿਜ਼ਰਵ ਸਬਜੈਕਟ ਦੇ ਇੱਕ ਟਰਾਂਸਫਰ ਸਬਜੈਕਟ। ਇਹਨਾਂ ਬਾਰੇ ਮੈਂ ਤੁਹਾਨੂੰ ਅੱਗੇ ਦੱਸੂਗਾ ਵੀ ਇਹਦੇ ਵਿੱਚ ਕਿਹੜੇ ਕਿਹੜੇ ਸਬਜੈਕਟ ਰੱਖੇ ਗਏ ਸੀ। ਠੀਕ ਹੈ, ਅੱਗੇ ਕੁਐਸਚਨ ਹੈਗਾ ਇਹਦਾ। ਤਾਂ ਇਹ ਵੀ ਬਿਲਕੁਲ ਸਟੇਟਮੈਂਟ ਸਹੀ ਹੈ, ਕਿਉਂਕਿ 1919 ਐਕਟ ਦੇ ਤਹਿਤ ਡਾਇਰਕੀ ਸਿਸਟਮ ਲਾਗੂ ਕੀਤਾ ਸੀ, ਜਿਹਦੇ ਵਿੱਚ ਜਿਹੜੇ ਪਾਵਰਾਂ ਸੀ ਦੋ ਭਾਗਾਂ ਦੇ ਵਿੱਚ ਵੰਡੀਆਂ ਗਈਆਂ ਸੀ, ਇੱਕ ਰਿਜ਼ਰਵਡ ਇੱਕ ਟਰਾਂਸਫਰਸ। ਠੀਕ ਹੈ। ਤਾਂ ਤੀਜੀ ਲਾਸਟ ਕੀ ਹੈ, ਦੀ ਸੈਲਰੀ ਆਫ ਸੈਕਰੇਟਰੀ ਆਫ ਸਟੇਟ ਫॉर ਇੰਡੀਆ ਵਾਜ ਨੋਟ ਟੂ ਬੀ ਪੇਡ ਬਾਈ ਪਾਰਲੀਮੈਂਟ। ਇਹ ਸਟੇਟਮੈਂਟ ਗਲਤ ਹੈ ਜੀ, ਕਿਉਂਕਿ ਜਿਹੜੀ ਸਕੱਤਰ ਦੀ ਤਨਖਾਹ ਸੀ ਸੰਸਦ ਦੁਆਰਾ ਹੀ ਪੇ ਕੀਤੀ ਜਾਣੀ ਸੀਗੀ, ਨਾ ਕਿ ਕਿਸੇ ਹੋਰ ਪਾਸੋਂ। ਇੱਥੇ ਪਾਰਲੀਮੈਂਟ ਦਾ ਮਤਲਬ ਕੀ ਹੈ ਵੀ ਬ੍ਰਿਟਿਸ਼ ਅੰਪਾਇਰ ਤੋਂ ਦੁਬਾਰੇ ਸੈਲਰੀ ਆਉਣ ਲੱਗ ਗਈ ਸੀ 1919 ਦੇ ਐਕਟ ਦੇ ਤਹਿਤ। ਠੀਕ ਹੈ, ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਜੇ ਆਪਾਂ ਤਾਂ ਇਹਦਾ ਰਾਈਟ ਆਨਸਰ ਬਣੂਗਾ ਜੀ ਆਪਸ਼ਨ ਨੰਬਰ ਡੀ। ਠੀਕ ਹੈ। ਜੇ ਆਪਾਂ 1919 ਐਕਟ ਵਾਲੇ ਦੀ ਗੱਲ ਕਰੀਏ ਤਾਂ ਇਹਨੂੰ ਕੀ ਕਿਹਾ ਜਾਂਦਾ ਹੈ, ਮੌਂਟੇਗਿਊ ਚੈਮਸਫੋਰਡ ਰਿਫਾਰਮ ਕਿਹਾ ਜਾਂਦਾ ਹੈ ਜਾਂ ਐਕਟ ਕਿਹਾ ਜਾਂਦਾ ਹੈ। ਠੀਕ ਹੈ, ਜਿਹੜੇ ਕਿ 1919 ਦੇ ਵਿੱਚ ਆਏ ਸੀ ਔਰ ਇਹਦੇ ਤਹਿਤ ਕੀ ਹੋਰ ਚੀਜ਼ਾਂ ਹੋਈਆਂ ਸੀ। ਇੱਕ ਤਾਂ ਜਿਹੜੀ ਸੈਲਰੀ ਸੀ ਬ੍ਰਿਟਿਸ਼ ਆਫਿਸਰ ਦੀ ਜਾਂ ਸਕੱਤਰ ਦੀ ਲਾ ਲਓ, ਉਹ ਕੀ ਬ੍ਰਿਟਿਸ਼ ਤੋਂ ਬ੍ਰਿਟੇਨ ਤੋਂ ਦੁਬਾਰੇ ਆਉਣ ਲੱਗ ਗਈ ਸੀ। ਠੀਕ ਹੈ, ਪਹਿਲਾਂ ਕੀ ਹੈ ਇੰਡੀਆ ਤੋਂ ਪੇਡ ਕੀਤੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਦੁਬਾਰੇ ਇਹ ਰੂਲ ਹਟਾ ਕੇ ਬ੍ਰਿਟੇਨ ਤੋਂ ਦੁਬਾਰੇ ਪੇ ਉਹਨਾਂ ਦੀ ਬ੍ਰਿਟੇਨ ਤੋਂ ਆਉਣ ਲੱਗ ਗਈ ਸੀ। ਠੀਕ ਹੈ। ਔਰ ਇਹਦੇ ਵਿੱਚ ਡਾਇਰੈਕਟ ਇਲੈਕਸ਼ਨ ਦੀ ਗੱਲ ਕੀਤੀ ਗਈ ਸੀਗੀ, ਡਾਇਰੈਕਟ ਇਲੈਕਸ਼ਨ। ਤਾਂ ਇਹਦੇ ਵਿੱਚ ਕੀ ਸੀਗਾ 1919 ਵਾਲੇ ਦੇ ਵਿੱਚ ਹੋਰ ਕਿਸੇ ਫਸਟ ਟਾਈਮ ਜਿਹੜਾ ਮਹਿਲਾਵਾਂ ਸੀ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀਗਾ 1919 ਵਾਲੇ ਵਿੱਚ। ਠੀਕ ਹੈ। ਡਾਇਰਕੀ ਸਿਸਟਮ ਲਾਤਾ ਸੀ ਸੂਬਿਆਂ ਦੇ ਵਿੱਚ। ਠੀਕ ਹੈ, ਸੂਬਾ ਸਰਕਾਰ ਵੱਲੋਂ ਯਾਨੀ ਕਿ ਡਾਇਰਕੀ ਸਿਸਟਮ ਲਾਇਆ ਗਿਆ ਸੀਗਾ ਅਤੇ ਇਹਦੇ ਵਿੱਚ ਡਾਇਰੈਕਟ ਇਲੈਕਸ਼ਨ ਦੀ ਗੱਲ ਕੀਤੀ ਗਈ ਸੀ ਅਤੇ ਮਹਿਲਾਵਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ 1919 ਐਕਟ ਦੇ ਵਿੱਚ। ਠੀਕ ਹੈ, ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਨੈਕਸਟ ਕੁਐਸਚਨ ਹੈ ਜੀ ਆਪਣਾ, ਐਜ਼ ਪਰ ਦੀ ਐਕਟ ਆਫ 1990 ਵਿਚ ਆਫ ਦੀ ਫੋਲੋਇੰਗ ਵਾਜ ਨੋਟ ਏ ਟਰਾਂਸਫਰਡ ਸਬਜੈਕਟ। ਠੀਕ ਹੈ, 1919 ਦੇ ਐਕਟ ਦੇ ਅਨੁਸਾਰ ਇਹਨਾਂ ਵਿੱਚੋਂ ਕਿਹੜਾ ਵਿਸ਼ਾ ਟਰਾਂਸਫਰ ਨਹੀਂ ਕੀਤਾ ਗਿਆ ਸੀ, ਇਹ ਟਰਾਂਸਫਰ ਸਬਜੈਕਟ ਦੇ ਅੰਡਰ ਕਿਹੜਾ ਨਹੀਂ ਆਉਂਦੇ ਸੀ। ਜਿਹੜੀ ਡਾਇਰਕੀ ਸਿਸਟਮ ਲਾਈ ਸੀ 1919 ਦੇ ਵਿੱਚ, ਇਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ, ਇੱਕ ਸੀ ਰਿਜ਼ਰਵਡ ਸਬਜੈਕਟ। ਠੀਕ ਹੈ, ਔਰ ਇੱਕ ਸੀ ਟਰਾਂਸਫਰ ਸਬਜੈਕਟ। ਜਿਹੜੇ ਰਿਜ਼ਰਵ ਸਬਜੈਕਟ ਸੀ ਉਹਦੇ ਵਿੱਚ ਕੀ ਸੀਗਾ, ਲਾ ਐਂਡ ਆਰਡਰ। ਰਿਜ਼ਰਵ ਵਾਲੇ ਦੇ ਵਿੱਚ ਲਾ ਐਂਡ ਆਰਡਰ ਸੀਗਾ ਔਰ ਇਹਦੇ ਵਿੱਚ ਫਾਈਨੈਂਸ ਵਾਲਾ ਸਬਜੈਕਟ ਸੀਗਾ। ਠੀਕ ਹੈ, ਲੈਂਡ ਰਿਵੈਨਿਊ ਸੀਗਾ, ਲੈਂਡ ਰਿਵੈਨਿਊ ਔਰ ਇਰੀਗੇਸ਼ਨ ਵਾਲਾ ਆ ਗਿਆ, ਇਰੀਗੇਸ਼ਨ। ਠੀਕ ਹੈ। ਅਤੇ ਜਿਹੜੇ ਟਰਾਂਸਫਰ ਸਬਜੈਕਟ ਸੀਗੇ ਉਹਨਾਂ ਵਿੱਚ ਕੀ ਚੀਜ਼ਾਂ ਰੱਖੀਆਂ ਗਈਆਂ ਸੀਗਾ, ਇੱਕ ਤਾਂ ਐਜੂਕੇਸ਼ਨ ਸੀ, ਹੈਲਥ ਸੀ। ਠੀਕ ਹੈ, ਲੋਕਲ ਗੌਰਮੈਂਟ ਸੀਗਾ, ਲੋਕਲ ਗੌਰਮੈਂਟ, ਔਰ ਇਹਦੇ ਵਿੱਚ ਸੀਗਾ ਐਗਰੀਕਲਚਰ। ਇਹਨੂੰ ਨਾਲ ਦੀ ਨਾਲ ਨੋਟ ਕਰਦੇ ਰਹੋ। ਅਤੇ ਐਕਸਾਈਜ਼ ਅਤੇ ਇੰਡਸਟਰੀਜ਼। ਇਹ 4-5 ਜਿਹੜੀਆਂ ਚੀਜ਼ਾਂ ਸੀ ਇਹ ਟਰਾਂਸਫਰ ਸਬਜੈਕਟ ਦੇ ਵਿੱਚ ਰੱਖੀਆਂ ਗਈਆਂ ਸੀ ਔਰ ਬਾਕੀ ਚੀਜ਼ਾਂ ਰਿਜ਼ਰਵ ਸਬਜੈਕਟ ਦੇ ਵਿੱਚ ਰੱਖੀਆਂ ਗਈਆਂ ਸੀ। ਅਤੇ ਹੁਣ ਆਪਾਂ ਜੇ ਇਹਦੇ ਆਪਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਿਹੜਾ ਆਪਸ਼ਨ ਰਾਈਟ ਬਣਦਾ, ਤਾਂ ਆਪਸ਼ਨ ਨੰਬਰ ਡੀ ਹੈ, ਲੈਂਡ ਰਿਵੈਨਿਊ, ਜਿਹੜਾ ਕਿ ਟਰਾਂਸਫਰ ਦੇ ਵਿੱਚ ਨਹੀਂ ਰੱਖਿਆ ਗਿਆ ਸੀ, ਇਹ ਰੱਖਿਆ ਗਿਆ ਸੀਗਾ ਰਿਜ਼ਰਵ ਦੇ ਵਿੱਚ। ਠੀਕ ਹੈ, ਰਿਜ਼ਰਵ ਸਬਜੈਕਟ ਦੇ ਵਿੱਚ ਰੱਖਿਆ ਗਿਆ ਸੀ ਲੈਂਡ ਰਿਵੈਨਿਊ। ਬਾਕੀ ਐਜੂਕੇਸ਼ਨ ਹੋ ਗਿਆ, ਮਿਊਜ਼ੀਅਮ ਹੋ ਗਿਆ ਜਾਂ ਮੈਡੀਕਲ ਹੋ ਗਿਆ, ਇਹ ਤਿੰਨੇ ਚੀਜ਼ਾਂ ਕੀ ਟਰਾਂਸਫਰਸ ਦੇ ਵਿੱਚ ਰੱਖੀਆਂ ਗਈਆਂ ਸੀਗੀਆਂ ਔਰ ਇਹ 1919 ਐਕਟ ਦੇ ਤਹਿਤ ਕੀਤਾ ਗਿਆ ਸੀਗਾ। ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ। ਇਹ ਤੁਸੀਂ ਨੋਟ ਕਰ ਲੈਣਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਟਰਾਂਸਫਰਸ ਦੇ ਵਿੱਚ ਰੱਖੀਆਂ ਗਈਆਂ ਸੀ ਔਰ ਕਿਹੜੀਆਂ ਰਿਜ਼ਰਵ ਦੇ ਵਿੱਚ ਰੱਖੀਆਂ ਗਈਆਂ ਸੀ। ਨੈਕਸਟ ਕੁਐਸਚਨ ਆਪਣਾ,
ਦੀ ਡਾਇਰਕੀ ਵਿਚ ਵਾਜ ਇੰਟਰੋਡਿਊਸ ਇਨ 1920 ਇਨ ਪ੍ਰੋਵਿੰਸ ਇਹ ਵਾਜ ਇਨ ਫੋਰਸ ਟਿਲ ਦੀ ਈਅਰ ਵੀ ਜਦੋਂ ਡਾਇਰਕੀ ਜਾਂ ਦਵੇ ਸ਼ਾਸਨ ਲਾਗੂ ਕੀਤਾ ਗਿਆ ਸੀ 1921 ਦੇ ਵਿੱਚ ਤਾਂ ਉਹ ਕਿਹੜੇ ਸਾਲ ਤੱਕ ਲਾਗੂ ਰਿਹਾ ਸੀ। ਤਾਂ ਇਹਦਾ ਰਾਈਟ ਆਨਸਰ ਹੈ ਜੀ 1937। 1937 ਤੱਕ ਇਹ ਬੰਬੇ ਦੇ ਵਿੱਚ ਲਾਗੂ ਰਿਹਾ ਸੀਗਾ। ਠੀਕ ਹੈ, ਬੰਬੇ ਤੱਕ ਇਹ 1937 ਤੱਕ ਚੱਲਿਆ ਸੀ, 1921 ਤੋਂ ਲੈ ਕੇ 1937 ਦੇ ਵਿੱਚ। ਜੇ ਆਪਾਂ ਇਹਦੀ ਗੱਲ ਕਰੀਏ ਡਾਇਰਕੀ ਦੀ, ਪਹਿਲਾਂ ਸੂਬਿਆਂ ਦੇ ਵਿੱਚ ਲਾਇਆ ਗਿਆ ਸੀ 1919 ਦੇ ਵਿੱਚ। ਠੀਕ ਹੈ, ਡਾਇਰਕੀ ਸਿਸਟਮ 1919 ਤੋਂ ਲੈ ਕੇ 1935 ਤੱਕ ਇਹ ਸੂਬਿਆਂ ਦੇ ਵਿੱਚ ਰਿਹਾ। ਉਸ ਤੋਂ ਬਾਅਦ 1935 ਨੂੰ ਚੇਂਜ ਕਰਕੇ ਇਹਨੂੰ ਸੈਂਟਰ ਸਰਕਾਰ ਵੱਲੋਂ ਲਾਇਆ ਗਿਆ ਸੀਗਾ। ਠੀਕ ਹੈ, ਸੂਬਿਆਂ ਦੇ ਵਿੱਚੋਂ ਖਤਮ ਕਰ ਦਿੱਤਾ ਗਿਆ ਸੀਗਾ। ਤਾਂ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਆਪਾਂ 1919 ਐਕਟ ਬਾਰੇ ਪੂਰੀ ਜਾਣਕਾਰੀ ਨਾਲ ਪੜ੍ਹ ਲਿਆ। ਨੈਕਸਟ ਕੁਐਸਚਨ ਹੈ, ਹੋਮ ਰੂਲ ਲੀਗ ਵਾਜ ਫਾਰਮਡ ਡੂਰਿੰਗ ਦੀ ਵੀ ਜਿਹੜੀ ਹੋਮ ਰੂਲ ਲੀਗ ਸੀ ਉਹਦਾ ਗਠਨ ਕੀਤਾ ਗਿਆ ਸੀ, ਕਿਸ ਦੌਰਾਨ ਗਠਨ ਕੀਤਾ ਗਿਆ ਸੀ। ਤਾਂ ਇਹਦਾ ਰਾਈਟ ਆਨਸਰ ਹੈ ਜੀ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਸੀ, ਯਾਨੀ ਕਿ ਫਸਟ ਵਰਲਡ ਵਾਰ, ਉਦੋਂ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ ਗਈ ਸੀ। ਪਹਿਲਾ ਵਿਸ਼ਵ ਯੁੱਧ ਕਦੋਂ ਹੋਇਆ ਸੀ? 1914 ਤੋਂ ਲੈ ਕੇ 1918 ਦੇ ਵਿੱਚ। ਤੁਸੀਂ ਇਹਦੇ ਵਿੱਚ ਦੱਸਣਾ ਵੀ ਕਿਹੜੇ ਕਿਹੜੇ ਦੇਸ਼ ਇਨਵੋਲਵ ਹੋਏ ਸੀ, ਤੁਸੀਂ ਕਮੈਂਟ ਕਰਕੇ ਬਾਕਸ ਦੱਸਣਾ। ਠੀਕ ਹੈ, ਔਰ ਇਹ ਜਿਹੜਾ ਹੋਮ ਰੂਲ ਲੀਗ ਸੀਗੀ 1916 ਦੇ ਵਿੱਚ, ਠੀਕ ਹੈ, ਬਣਾਈ ਗਈ ਸੀ। ਅਤੇ ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀ ਹੋਮ ਰੂਲ ਲੀਗ ਸੀ 1915 ਤੋਂ ਲੈ ਕੇ 1916 ਦੇ ਵਿੱਚ ਬਾਲ ਗੰਗਾਧਰ ਤਿਲਕ ਅਤੇ ਐਨੀ ਬਸੈਂਟ ਦੁਆਰਾ ਇਹਦੀ ਸਥਾਪਨਾ ਕੀਤੀ ਗਈ ਸੀ। ਜੇ ਆਪਾਂ ਬਾਲ ਗੰਗਾਧਰ ਤਿਲਕ ਦੀ ਗੱਲ ਕਰੀਏ ਤਾਂ ਇਹਨਾਂ ਨੇ ਅਪ੍ਰੈਲ ਦੇ ਵਿੱਚ 1916 ਦੇ ਵਿੱਚ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ ਸੀ। ਕਿੱਥੇ? ਮਹਾਰਾਸ਼ਟਰ ਦੇ ਵਿੱਚ। ਠੀਕ ਹੈ, ਜੇ ਐਨੀ ਬਸੈਂਟ ਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਤੰਬਰ 1916 ਦੇ ਵਿੱਚ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ ਸੀ। ਠੀਕ ਹੈ, ਜੇ ਆਪਾਂ ਐਨੀ ਬਸੈਂਟ ਬਾਰੇ ਹੋਰ ਚੀਜ਼ਾਂ ਪੜ੍ਹੀਏ ਤਾਂ ਇਹਨਾਂ ਦੇ 3 ਪੇਪਰ ਆਉਂਦੇ ਨੇ, ਜਿਹੜੇ ਕੀ ਹੈ ਕਾਮਨਵੈਲਥ, ਇੱਕ ਤਾਂ ਹੈਗਾ ਜੀ ਕਾਮਨਵੈਲਥ, ਫਿਰ ਹੈਗਾ ਨਿਊ ਇੰਡੀਆ ਔਰ ਜੰਗ ਇੰਡੀਆ। ਇਹ 3 ਨਿਊਜ਼ ਪੇਪਰ ਨੇ ਜਿਹੜੇ ਕਿ ਐਨੀ ਬਸੈਂਟ ਦੁਆਰਾ ਚਲਾਏ ਗਏ ਸੀਗੇ। ਜੇ ਆਪਾਂ ਹੋਰ ਗੱਲ ਕਰੀਏ ਤਾਂ ਇਹਨਾਂ ਨੇ ਸੈਂਟਰਲ ਹਿੰਦੂ ਕਾਲਜ ਦੀ ਸਥਾਪਨਾ ਕੀਤੀ ਸੀ, ਸੈਂਟਰਲ ਹਿੰਦੂ ਕਾਲਜ 1896 ਦੇ ਵਿੱਚ, ਔਰ ਜਿਹਦਾ ਨਾਮ ਬਦਲ ਕੇ 1916 ਦੇ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਰੱਖਤਾ ਸੀ, ਬਨਾਰਸ ਹਿੰਦੂ ਯੂਨੀਵਰਸਿਟੀ। ਠੀਕ ਹੈ, ਬਨਾਰਸ ਹਿੰਦੂ ਯੂਨੀਵਰਸਿਟੀ ਦਾ ਪਹਿਲਾ ਨਾਮ ਕੀ ਸੀ? ਸੈਂਟਰਲ ਹਿੰਦੂ ਕਾਲਜ। ਹੁਣ ਆਪਾਂ ਗੱਲ ਕਰਦੇ ਹਾਂ ਬਾਲ ਗੰਗਾਧਰ ਤਿਲਕ ਜੀ ਦੁਆਰਾ, ਤਾਂ ਇਹਨਾਂ ਨੂੰ ਲੋਕ ਮਾਨਿਆ ਤਿਲਕ ਵੀ ਕਿਹਾ ਜਾਂਦਾ ਹੈ। ਔਰ ਇਹਨਾਂ ਦੇ 2 ਨਿਊਜ਼ ਪੇਪਰ ਆਉਂਦੇ ਨੇ, ਇੱਕ ਤਾਂ ਆਉਂਦਾ ਮਰਾਠਾ ਔਰ ਦੂਸਰਾ ਆਉਂਦਾ ਕੇਸਰੀ। ਠੀਕ ਹੈ, ਜਿਹੜਾ ਮਰਾਠਾ ਹੈ ਉਹ ਇੰਗਲਿਸ਼ ਲੈਂਗੁਏਜ ਦੇ ਵਿੱਚ ਸੀਗਾ, ਜਿਹੜਾ ਕੇਸਰੀ ਸੀ ਉਹ ਮਰਾਠੀ ਲੈਂਗੁਏਜ ਦੇ ਵਿੱਚ ਸੀ। ਇਹ ਵੀ ਤੁਸੀਂ ਯਾਦ ਰੱਖਣਾ। ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਕਿ ਜਿਹੜਾ ਬਾਲ ਗੰਗਾਧਰ ਤਿਲਕ ਦੁਆਰਾ 2 ਨਿਊਜ਼ ਪੇਪਰ ਚਲਾਏ ਗਏ ਸੀ, ਮਰਾਠਾ ਔਰ ਕੇਸਰੀ, ਉਹ ਕਿਹੜੀ ਲੈਂਗੁਏਜ ਦੇ ਵਿੱਚ ਸੀ। ਠੀਕ ਹੈ, ਔਰ ਇਹਨਾਂ ਨੇ ਇੱਕ ਨਾਅਰਾ ਦਿੱਤਾ ਸੀ, ਸਵਰਾਜ ਇਜ਼ ਮਾਈ ਬਰਥ ਰਾਈਟ। ਸਵਰਾਜ ਇਜ਼ ਮਾਈ ਬਰਥ ਰਾਈਟ। ਔਰ ਇਹਨਾਂ ਦੇ ਨਿਊਜ਼ ਪੇਪਰ ਦੀ ਆਪਾਂ ਗੱਲ ਕਰ ਲਈ, ਲੋਕਮਾਨਿਆ ਤਿਲਕ ਵੀ ਇਹਨਾਂ ਨੂੰ ਕਿਹਾ ਜਾਂਦਾ ਸੀ। ਤਾਂ ਇਹਦਾ ਰਾਈਟ ਆਨਸਰ ਬਣੂਗਾ ਜੀ ਫਸਟ ਵਰਲਡ ਵਾਰ ਦੇ ਤਹਿਤ ਹੀ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ ਗਈ ਸੀ। ਜੇ ਆਪਾਂ ਪਾਰਟੀਸ਼ਨ ਆਫ ਬੰਗਾਲ ਦੀ ਗੱਲ ਕਰੀਏ ਤਾਂ 1905 ਦੇ ਵਿੱਚ ਪਾਰਟੀਸ਼ਨ ਆਫ ਬੰਗਾਲ ਹੋਇਆ ਸੀਗਾ। ਠੀਕ ਹੈ, ਔਰ ਜਿਹੜਾ ਜਲਿਆਂਵਾਲਾ ਬਾਗ ਸੀ ਉਹ ਹੋਇਆ ਸੀ 1919 ਦੇ ਵਿੱਚ, ਜਿਹੜਾ ਨਰਸੰਹਾਰ ਹੋਇਆ ਸੀਗਾ ਵੀ ਜਿਹਦੇ ਵਿੱਚ ਬਹੁਤ ਸਾਰਾ ਮਤਲਬ ਲੋਕ ਮਾਰੇ ਗਏ ਸੀਗੇ ਬਿਨਾਂ ਉਹਦੇ, ਅਤੇ ਇਹਦੇ ਬਾਰੇ ਵੀ ਮੈਂ ਤੁਹਾਨੂੰ ਅਗਲੇ ਕੁਐਸਚਨ ਦੇ ਵਿੱਚ ਦੱਸੂਗਾ। ਤਾਂ ਇਹਦਾ ਰਾਈਟ ਆਨਸਰ ਹੋਊਗਾ ਜੀ ਫਸਟ ਵਰਲਡ ਵਾਰ। ਨੈਕਸਟ ਕੁਐਸਚਨ ਆਪਣਾ, ਦੀ ਸੈਕਟਰੀ ਆਫ ਸਟੇਟ ਫੋਰ ਇੰਡੀਆ ਵਾਜ ਗਿਵਨ ਪਾਵਰ ਬਾਈ ਵੀ ਜਿਹੜੀਆਂ ਭਾਰਤ ਦੇ ਰਾਜ ਸਕੱਤਰ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਸੀ, ਕਿਹੜਾ ਐਕਟ ਆਇਆ ਸੀ ਜਦੋਂ ਭਾਰਤ ਦੇ ਜਿਹੜੇ ਰਾਜ ਸਕੱਤਰ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਸੀ? ਤਾਂ ਉਹ ਐਕਟ ਸੀ ਜੀ ਐਕਟ 1858। 1858 ਦੇ ਐਕਟ ਦੇ ਤਹਿਤ ਹੀ ਜਿਹੜੇ ਭਾਰਤ ਦੇ ਰਾਜ ਸਕੱਤਰ ਨੂੰ ਕੀ ਹੈ ਪਾਵਰਾਂ ਦਿੱਤੀਆਂ ਗਈਆਂ ਸੀਗੀਆਂ। ਠੀਕ ਹੈ, ਔਰ ਜੇ ਆਪਾਂ 1858 ਐਕਟ ਦੀ ਗੱਲ ਕਰੀਏ ਤਾਂ ਇਹਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਕਿਹਾ ਜਾਂਦਾ ਬਈ ਮੈਨੀਫੈਸਟੋ ਕਿਊਨ ਵਿਕਟੋਰੀਆ। ਠੀਕ ਹੈ, ਇਹਨੂੰ ਕਿਹਾ ਜਾਂਦਾ ਮੈਨੀਫੈਸਟੋ ਆਫ ਕਿਊਨ ਵਿਕਟੋਰੀਆ। ਠੀਕ ਹੈ, ਅਤੇ ਜਿਹੜਾ ਕਿ ਪੜ੍ਹਿਆ ਕਿਹਨੇ ਸੀਗਾ ਇਹ 1 ਨਵੰਬਰ 1858 ਦੇ ਵਿੱਚ ਲਾਰਡ ਕੈਨਿੰਗ ਦੁਆਰਾ ਪੜ੍ਹਿਆ ਗਿਆ ਸੀਗਾ। ਜੇ ਆਪਾਂ 1858 ਦੀ ਹੋਰ ਗੱਲ ਕਰੀਏ ਤਾਂ 1858 ਦੇ ਵਿੱਚ ਜਿਹੜਾ ਪਹਿਲਾਂ ਗਵਰਨਰ ਜਨਰਲ ਆਫ ਇੰਡੀਆ ਹੁੰਦਾ ਸੀਗਾ, ਗਵਰਨਰ ਜਨਰਲ ਆਫ ਇੰਡੀਆ, ਇਹਨੂੰ ਫਿਰ ਨਾਮ ਕੀ ਦਿੱਤਾ ਗਿਆ ਸੀਗਾ? ਵਾਇਸਰਾਏ ਆਫ ਇੰਡੀਆ। ਕਿਹੜੇ ਐਕਟ ਦੇ ਤਹਿਤ? 1858 ਦੇ ਵਿੱਚ।
ਜੇ ਆਪਾਂ ਫਸਟ ਵਾਇਸਰਾय ਦੀ ਗੱਲ ਕਰੀਏ ਤਾਂ ਆਪਣੇ ਫਸਟ ਵਾਇਸਰਾय ਕੌਣ ਸੀਗੇ? ਲॉर्ड कैनिंग। ਲॉर्ड कैनिंग, ठीक है, ये भी तुसीं याद रखना है। हुण आपां गल करदे हां तो इहदा राइट आंसर हो जाऊगा जी ऑप्शन नंबर सी एक्ट 1858। हुण आपां गल करिए जे एक्ट 1919 दी तां इहनूं की कहा जांदा है? मॉर्लेमेंटो रिफॉर्म कहा जाता है, ठीक है, ਜਾਂ मॉर्लेमेंटो रिफॉर्म एक्ट भी कहा जाता है 1909 वाले नूं। और ਇਹਦੇ ਵਿੱਚ ਕੀ ਕੀਤਾ ਗਿਆ ਸੀਗਾ? ਇਹਦੇ ਵਿੱਚ ਸੈਪਰੇਟ ਇਲੈਕਸ਼ਨ ਦੀ ਗੱਲ ਕੀਤੀ ਗਈ ਸੀ, ਜਿਹੜਾ ਮੁਸਲਿਮਾਂ ਨੂੰ ਸੈਪਰੇਟ ਇਲੈਕਟਰ ਦੀ ਗੱਲ ਕੀਤੀ ਗਈ ਸੀ। 1919 ਵਾਲੇ ਦੇ ਵਿੱਚ ਕੀ ਸੀਗਾ? ਇਹਨੂੰ ਮੌਂਟੇਗਿਊ ਚੈਮਸਫੋਰਡ ਰਿਫॉर्म ਬੋਲਦੇ ਆ, ਜਿਹਦੇ ਵਿੱਚ ਡਿਆਰਕੀ ਹਟਾ ਕੇ ਡਿਆਰਕੀ ਸ਼ੁਰੂ ਕੀਤੀ ਗਈ ਸੀ ਸੂਬਿਆਂ ਦੇ ਵਿੱਚ 1919 ਵਾਲੇ ਵਿੱਚ। ਔਰ ਇਹਦੇ ਵਿੱਚ ਕੀ ਸੀਗਾ? ਡਾਇਰੈਕਟ ਇਲੈਕਸ਼ਨ ਦੀ ਗੱਲ ਕੀਤੀ ਗਈ ਸੀ ਤੇ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ 1919 ਵਾਲੇ ਵਿੱਚ। ਜੇ 1861 ਵਾਲੇ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ IPC ਸਟਾਰਟ ਹੋ ਗਈ ਸੀ, ਠੀਕ ਹੈ, IPC ਐਕਟ ਆ ਗਿਆ ਸੀਗਾ। ਔਰ 1861 ਵਾਲੇ ਦੇ ਤਹਿਤ ਹੀ 3 ਹਾਈ ਕੋਰਟ ਐਸਟੈਬਲਿਸ਼ ਕੀਤੇ ਗਏ ਸੀਗੇ। ਕਿੱਥੇ ਕਿੱਥੇ? ਇੱਕ ਕਲਕੱਤਾ, ਮਦਰਾਸ ਔਰ ਬੰਬੇ ਦੇ ਵਿੱਚ 3 ਹਾਈ ਕੋਰਟ ਐਸਟੈਬਲਿਸ਼ ਕੀਤੇ ਗਏ ਸੀਗੇ। ਔਰ IPC ਦੀ ਧਾਰਾ 1861 ਦੇ ਵਿੱਚ ਲਾਗੂ ਕੀਤੀ ਗਈ ਸੀ 1861 ਤਹਿਤ, ठीक है, एक्ट 1861। तो ਇਹਦਾ राइट आंसर है जी ऑप्शन नंबर सी एक्ट 1858। नैक्सट क्वेश्चन अपना 31वां, विच ऑफ द फॉलोइंग हू वाज नोट द लीडर ऑफ एक्सट्रीमिस्ट। भी ਜਿਹੜਾ ਹੇਠ ਲਿਖਿਆਂ ਵਿੱਚੋਂ ਕੱਟੜਪੰਥੀ ਨੇਤਾ ਨਹੀਂ ਸੀ, ਵੀ ਗਰਮ ਦਲ ਦੇ ਨੇਤਾ ਕਿਹੜੇ ਕਿਹੜੇ ਨਹੀਂ ਸੀ, ਇਹਨਾਂ ਦੇ ਉਹ ਕੁਐਸਚਨ ਹੈ। ਤਾਂ ਇਹਦਾ ਪਹਿਲਾਂ ਆਪਾਂ ਆਨਸਰ ਵੱਲ ਚੱਲਦੇ ਹਾਂ। ਤਾਂ ਇਹਦਾ ਰਾਈਟ ਆਨਸਰ ਹੈ ਜੀ ਹਿਊਮ, ਠੀਕ ਹੈ, AO ਹਿਊਮ ਇੱਥੇ ਸਹੀ ਉਹ ਹੈ। ਤਾਂ AO ਹਿਊਮ ਜਿਹੜੇ ਗਰਮ ਦਲ ਦੇ ਨੇਤਾ ਨਹੀਂ ਸੀ, ਇਹ ਕੌਣ ਸੀ? ਜਿਨ੍ਹਾਂ ਨੇ ਸਥਾਪਨਾ ਕੀਤੀ ਸੀ INC ਦੀ। INC ਮਤਲਬ ਇੰਡੀਅਨ ਨੈਸ਼ਨਲ ਕਾਂਗਰਸ, ਜਿਹੜੀ ਕਿ 28 ਦਸੰਬਰ 1885 ਦੇ ਵਿੱਚ ਬਣੀ ਸੀ, ਠੀਕ ਹੈ। ਔਰ ਸਥਾਪਨਾ ਕਿਹਦੇ ਦੁਆਰਾ ਕੀਤੀ ਗਈ ਸੀ? AO ਹਿਊਮ ਦੁਆਰਾ। ਅਤੇ ਇਹਨਾਂ ਨੂੰ ਫਾਦਰ ਆਫ ਵਰਡ ਸਾਇੰਸ ਵੀ ਕਿਹਾ ਜਾਂਦਾ ਹੈ, ਵਰਡ ਸਾਇੰਸ, ਠੀਕ ਹੈ ਜੀ, AO ਹਿਊਮ ਨੂੰ। ਅਤੇ ਜਦੋਂ INC ਦੀ ਸਥਾਪਨਾ ਕੀਤੀ ਗਈ ਸੀ ਤਾਂ ਉਦੋਂ ਵਾਇਸਰਾय ਕੌਣ ਸੀਗਾ? ਲॉर्ड ਡਫਰਿਨ। ਲॉर्ड ਡਫਰਿਨ ਸੀ ਉਦੋਂ ਵਾਇਸਰਾय, ਠੀਕ ਹੈ। ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ ਜੀ AO ਹਿਊਮ। ਹੁਣ ਆਪਾਂ ਗੱਲ ਕਰਦੇ ਹਾਂ ਲੋਕਮਾਨਿਆ ਤਿਲਕ ਦੀ। ਤਾਂ ਇਹਨਾਂ ਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ? ਲੋਕਮਾਨਿਆ ਨਾਲ, ਠੀਕ ਹੈ, ਲੋਕਮਾਨਿਆ ਨਾਮ ਨਾਲ ਜਾਣਿਆ ਜਾਂਦਾ। ਇਹਨਾਂ ਦੇ ਆਪਾਂ ਅਖਬਾਰਾਂ ਦੀ ਗੱਲ ਕਰ ਲਈਏ, ਇੱਕ ਮਰਾਠਾ ਸੀ ਔਰ ਇੱਕ ਕੇਸਰੀ ਸੀ। ਮਰਾਠਾ ਜਿਹੜਾ ਸੀ ਇੰਗਲਿਸ਼ ਲੈਂਗੁਏਜ ਦੇ ਵਿੱਚ, ਕੇਸਰੀ ਮਰਾਠੀ ਲੈਂਗੁਏਜ ਦੇ ਵਿੱਚ, ਠੀਕ ਹੈ। ਅਤੇ ਇਹਨਾਂ ਨੇ ਹੋਰ ਕੀ ਕੀਤਾ ਸੀਗਾ? ਇਹਨਾਂ ਨੇ ਸ਼ਿਵਾ ਫੈਸਟੀਵਲ ਸੀ ਜਿਹੜਾ ਸ਼ਿਵਜੀ ਦਾ ਸ਼ਿਵਾ ਫੈਸਟੀਵਲ ਮਹਾਰਾਸ਼ਟਰ ਦੇ ਵਿੱਚ ਸਟਾਰਟ ਕੀਤਾ ਸੀ। ਹੁਣ ਆਪਾਂ ਗੱਲ ਕਰਦੇ ਹਾਂ ਲਾਲਾ ਲਾਜਪਤ ਰਾਏ ਜੀ ਦੀ, ਜਿਨ੍ਹਾਂ ਨੂੰ ਲਾਇਨ ਆਫ ਪੰਜਾਬ ਕਿਹਾ ਜਾਂਦਾ ਹੈ, ਲਾਇਨ ਆਫ ਪੰਜਾਬ ਜਾਂ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ, ਸ਼ੇਰੇ ਪੰਜਾਬ, ਠੀਕ ਹੈ। ਅਤੇ ਇਹਨਾਂ ਨੇ ਸਵਰਾਜ ਪਾਰਟੀ ਦਾ ਗਠਨ ਕੀਤਾ ਸੀਗਾ। ਸਵਰਾਜ ਪਾਰਟੀ ਬਣਾਈ ਸੀ ਕਿਹਦੇ ਨਾਲ ਮਿਲ ਕੇ? CR ਦਾਸ ਅਤੇ ਮੋਤੀ ਲਾਲ ਨਹਿਰੂ ਨਾਲ ਮਿਲ ਕੇ ਸਵਰਾਜ ਪਾਰਟੀ ਬਣਾਈ ਸੀ। ਅਤੇ ਇਹਨਾਂ ਦੇ 2-3 ਨਿਊਜ਼ਪੇਪਰ ਨੇ, ਉਹ ਵੀ ਤੁਸੀਂ ਯਾਦ ਰੱਖਣੇ ਹੈ। ਇੱਕ ਤਾਂ ਹੈਗਾ ਦਾ ਪੰਜਾਬ, ਜਿਹੜਾ ਇਹਨਾਂ ਦਾ ਨਿਊਜ਼ਪੇਪਰ ਸੀਗਾ, ਔਰ ਦੂਸਰਾ ਹੈ ਬੰਦੇ ਮਾਤਰਮ, ਬੰਦੇ ਮਾਤਰਮ, ਠੀਕ ਹੈ ਜੀ। ਤਾਂ ਇਹਨਾਂ ਨੂੰ ਸ਼ੇਰੇ ਪੰਜਾਬ ਜਾਂ ਲਾਇਨ ਆਫ ਪੰਜਾਬ ਕਿਹਾ ਜਾਂਦਾ ਸੀ, ਲਾਲਾ ਲਾਜਪਤ ਰਾਏ ਨੂੰ। ਅਤੇ ਇਹਨਾਂ ਦੇ ਨਿਊਜ਼ਪੇਪਰ ਸੀ ਦਾ ਪੰਜਾਬ, ਬੰਦੇ ਮਾਤਰਮ। ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ D। ਇਹ ਜਿਹੜੇ ਤਿੰਨੇ ਨੇਤਾ ਨੇ, ਅਰਵਿੰਦੋ ਘੋਸ਼, ਲੋਕਮਾਨਿਆ ਤਿਲਕ ਔਰ ਲਾਲਾ ਲਾਜਪਤ ਰਾਏ, ਇਹ ਕੀ ਹੈ? ਗਰਮ ਦਲ ਦੇ ਨੇਤਾ ਸੀ ਜਾਂ ਕੱਟੜਪੰਥੀ ਨੇਤਾ ਸੀਗੇ, ਠੀਕ ਹੈ। ਨੈਕਸਟ ਕੁਐਸਚਨ ਆਪਣਾ, ਸੱਤਿਆਗ੍ਰਹਿ ਸਭਾ ਵਾਜ ਫਾਰਮਡ ਬਾਏ ਗਾਂਧੀ ਐਟ। ਵੀ ਜਿਹੜਾ ਸੱਤਿਆਗ੍ਰਹਿ ਸਭਾ ਦਾ ਗਠਨ ਕੀਤਾ ਗਿਆ ਸੀ ਗਾਂਧੀ ਦੁਆਰਾ, ਉਹ ਕਿੱਥੇ ਕੀਤਾ ਗਿਆ ਸੀ? ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ A ਬੰਬੇ। ਬੰਬੇ ਦੇ ਵਿੱਚ ਗਾਂਧੀ ਜੀ ਦੁਆਰਾ ਸੱਤਿਆਗ੍ਰਹਿ ਸਭਾ ਦਾ ਗਠਨ ਕੀਤਾ ਗਿਆ ਸੀ। ਕਦੋਂ? 24 ਫਰਵਰੀ 1919 ਦੇ ਵਿੱਚ। ਇਹ ਕਿਉਂ ਕੀਤਾ ਗਿਆ ਸੀਗਾ? ਕਿਉਂਕਿ ਇਹ ਰੋਲ ਟੈਕਟ ਆਇਆ ਸੀ ਜਿਹੜਾ 1919 ਦੇ ਵਿੱਚ, ਉਹਦੇ ਅੰਗੇਂਸਟ ਕੀਤਾ ਗਿਆ ਸੀਗਾ। ਇਹਦਾ ਰੋਲ ਟੈਕਟ ਦੇ ਵਿੱਚ ਕੀ ਸੀਗਾ? ਵੀ ਆਪਾਂ ਕਿਤੇ ਵੀ 4 ਬੰਦੇ ਖੜ੍ਹੇ ਨਹੀਂ ਹੋ ਸਕਦੇ ਸੀ, ਮਤਲਬ ਇੱਕ ਧਾਰਾ 144 ਲੱਗੀ ਹੋਈ ਸੀ। ਤਾਂ ਜਦੋਂ ਵੀ ਕੋਈ ਬੰਦੇ 2 ਇਕੱਠੇ ਹੁੰਦੇ ਜਾਂ 4 ਬੰਦੇ ਇਕੱਠੇ ਹੁੰਦੇ ਤਾਂ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਜਾਂਦਾ ਸੀ। ਤਾਂ ਗਾਂਧੀ ਜੀ ਦੇ ਬਾਰੇ ਗੱਲ ਕਰੀਏ ਤਾਂ ਗਾਂਧੀ ਜੀ 9 ਜਨਵਰੀ 1915 ਨੂੰ ਸਾਊਥ ਅਫਰੀਕਾ ਤੋਂ ਵਾਪਸ ਆਏ ਸੀ। ਔਰ 9 ਜਨਵਰੀ ਨੂੰ ਹੀ ਆਪਾਂ NRI ਡੇ ਮਨਾਉਂਦੇ ਹਾਂ, ਠੀਕ ਹੈ। NRI ਡੇ ਇਹ 2003 ਤੋਂ ਮਨਾਉਣ ਲੱਗੇ ਹਾਂ, ਠੀਕ ਹੈ। ਅਤੇ 9 ਜਨਵਰੀ ਨੂੰ NRI ਡੇ ਮਨਾਇਆ ਜਾਂਦਾ ਹੈ ਅਤੇ ਆਪਾਂ 2003 ਤੋਂ ਮਨਾਉਣ ਲੱਗੇ ਹਾਂ। ਜੇ ਆਪਾਂ ਹੋਰ ਗਾਂਧੀ ਜੀ ਬਾਰੇ ਗੱਲ ਕਰੀਏ ਤਾਂ ਇਹਨਾਂ ਨੇ 1917 ਦੇ ਵਿੱਚ ਚੰਪਾਰਨ ਸੱਤਿਆਗ੍ਰਹਿ ਸ਼ੁਰੂ ਕੀਤਾ ਸੀਗਾ। ਔਰ ਇਹਨਾਂ ਦਾ ਇਹ ਫਸਟ ਸਿਵਲ ਡਿਸਓਬੀਡੈਂਟ ਮੂਵਮੈਂਟ ਸੀਗਾ। ਅਤੇ 1918 ਦੇ ਵਿੱਚ ਇਹਨਾਂ ਨੇ ਅਹਿਮਦਾਬਾਦ ਮਿਲ ਸਟ੍ਰਾਈਕ ਕੀਤੀ ਸੀਗੀ।
ਅਹਿਮਦਾਬਾਦ ਮਿਲ ਸਟ੍ਰਾਈਕ ਕੀਤੀ ਸੀ 1918 ਦੇ ਵਿੱਚ। ਇਹ ਚੀਜ਼ਾਂ ਵੀ ਤੁਸੀਂ ਯਾਦ ਰੱਖਣੀਆਂ। ਔਰ ਗਾਂਧੀ ਜੀ ਦਾ ਜਨਮ ਹੋਇਆ ਸੀ 2 ਅਕਤੂਬਰ 1869 ਦੇ ਵਿੱਚ। ਔਰ ਇਹਨਾਂ ਦੀ ਜੋ ਡੈਥ ਹੈ ਉਹ ਨੱਥੂਰਾਮ ਗੋਡਸੇ ਦੁਆਰਾ ਕੀਤੀ ਗਈ ਸੀ ਗੋਲੀ ਮਾਰ ਕੇ, ਜਿਹੜੀ ਕਿ 30 ਜਨਵਰੀ 1948 ਨੂੰ ਕੀਤੀ ਗਈ ਸੀ। ਔਰ ਜਦੋਂ ਗਾਂਧੀ ਜੀ ਦੀ ਡੈਥ ਹੋਈ ਸੀ ਤਾਂ ਇਹਨਾਂ ਦੇ ਲਾਸਟ ਵਰਡ ਕੀ ਸੀ? ਹੇ ਰਾਮ, ਹੇ ਰਾਮ। ਔਰ ਇਹਨਾਂ ਦੇ ਜੋ ਸਮਾਧੀ ਸਥਲ ਹੈ ਉਹਨੂੰ ਕੀ ਕਿਹਾ ਜਾਂਦਾ ਹੈ? ਉਹਨੂੰ ਕਿਹਾ ਜਾਂਦਾ ਹੈ ਰਾਜ ਘਾਟ, ਦਿੱਲੀ ਦੇ ਵਿੱਚ ਹੈ ਜਿਹੜਾ। ਠੀਕ ਹੈ ਜੀ, ਇਹ ਚੀਜ਼ਾਂ ਤੁਸੀਂ ਐਕਸਟਰਾ ਫੈਕਟ ਜਿਹੜੇ ਇਹ ਯਾਦ ਰੱਖਣੇ ਆ। ਹੁਣ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ। ਗਾਂਧੀ ਜੀ ਕਾਲਡ ਫੋਰ ਐਨ ਆਲ ਇੰਡੀਆ ਹਰਟਲ ਨੂੰ ਬੋਲਦੇ ਸਟ੍ਰਾਈਕ, ਠੀਕ ਹੈ, ਟੂ ਪ੍ਰੋਟੈਸਟ ਅਗੇਂਸਟ ਰੋਲਟ ਐਕਟ ਔਨ 6 ਅਪ੍ਰੈਲ। ਠੀਕ ਹੈ ਵੀ ਇਹ ਕਦੋਂ ਚੱਲਿਆ ਸੀ? ਗਾਂਧੀ ਜੀ ਨੇ ਵਿਰੋਧ ਕਰਨ ਲਈ ਸਰਬ ਭਾਰਤੀ ਹੜਤਾਲ ਦਾ ਸੱਦਾ ਦਿੱਤਾ ਸੀ 6 ਅਪ੍ਰੈਲ ਨੂੰ ਰੋਲਟ ਐਕਟ ਦੇ ਵਿਰੋਧ ਵਿੱਚ। ਵੀ ਕਿਹੜੇ ਸਨ ਨੂੰ? ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ 1919। ਰੋਲਟ ਐਕਟ ਦੇ ਵਿਰੁੱਧ ਆਪਾਂ ਗਾਂਧੀ ਜੀ ਨੇ 6 ਅਪ੍ਰੈਲ ਨੂੰ ਸੱਦਾ ਦਿੱਤਾ ਸੀ। ਰੋਲਟ ਐਕਟ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ। ਠੀਕ ਹੈ, ਤਾਂ ਜਦੋਂ ਰੋਲਟ ਐਕਟ ਹੋਇਆ ਸੀ ਤਾਂ ਉਦੋਂ ਹੀ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਨਰਸੰਹਾਰ ਹੋਇਆ ਸੀ, ਜਿਹਦੇ ਬਾਰੇ ਮੈਂ ਅੱਗੇ ਕੁਐਸਚਨ ਦੇ ਵਿੱਚ ਡਿਸਕਸ ਕਰੂੰਗਾ। ਠੀਕ ਹੈ, ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ ਜੀ ਆਪਸ਼ਨ ਨੰਬਰ ਬੀ 1919। ਨੈਕਸਟ ਕੁਐਸਚਨ ਆਪਣਾ ਜਲਿਆਂਵਾਲਾ ਬਾਗ ਮੀਟਿੰਗ। ਇਹਦੇ ਵਿੱਚ ਕੁਐਸਚਨ ਥੋੜ੍ਹੀ ਜਿਹੀ ਕਮੀ ਰਹਿ ਗਈ ਹੈ ਵੀ ਇਹਦੇ ਵਿੱਚ ਲਿਖਿਆ ਹੋਇਆ ਵੀ ਜਦੋਂ ਜਲਿਆਂਵਾਲਾ ਬਾਗ ਮੀਟਿੰਗ ਹੋਈ ਸੀ ਤਾਂ ਉੱਥੇ ਕੌਣ ਜ਼ਿੰਮੇਵਾਰ ਸੀ ਜਿਹਨੇ ਲੋਕਾਂ 'ਤੇ ਫਾਇਰਿੰਗ ਕਰਵਾਈ ਸੀ? ਤਾਂ ਇਹਦਾ ਰਾਈਟ ਆਨਸਰ ਹੋਊਗਾ ਜੀ ਆਪਸ਼ਨ ਨੰਬਰ ਸੀ ਡਾਇਰ। ਡਾਇਰ ਹੀ ਉਦੋਂ ਜ਼ਿੰਮੇਵਾਰ ਸੀ, ਠੀਕ ਹੈ, ਜਿਹਨੇ ਜਲਿਆਂਵਾਲੇ ਬਾਗ ਦੇ ਵਿੱਚ ਬਿਨਾਂ ਉਤੋਂ ਗੋਲੀਆਂ ਚਲਾਈਆਂ ਸੀ। ਠੀਕ ਹੈ, ਜਲਿਆਂਵਾਲੇ ਬਾਗ ਦੇ 4 ਦਰਵਾਜ਼ੇ ਸੀ, 3 ਬੰਦ ਕਰ ਦਿੱਤੇ ਗਏ ਸੀ ਔਰ ਚੌਥੇ 'ਤੇ ਬ੍ਰਿਟਿਸ਼ ਸੈਨਾ ਨੇ ਖੜ੍ਹ ਕੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਈਆਂ ਸੀ। ਔਰ 1919 ਦੇ ਵਿੱਚ ਜੋ ਲੋਕ ਇਕੱਠੇ ਹੋਏ ਸੀ 13 ਅਪ੍ਰੈਲ 1919, ਇਹਦਾ ਕਾਰਨ ਪੁੱਛਿਆ ਜਾਂਦਾ ਵੀ ਉੱਥੇ ਲੋਕ ਕਿਉਂ ਇਕੱਠੇ ਹੋਏ ਸੀ। ਪੇਪਰ ਦੇ ਵਿੱਚ ਤੁਸੀਂ ਵਿਸਾਖੀ ਡੇ ਮਾਰਕ ਨਹੀਂ ਕਰਕੇ ਆਉਣਾ, ਕਿਉਂਕਿ ਇਹਦਾ ਕਾਰਨ ਕੀ ਸੀ। ਅਤੇ ਵੀ ਜਦੋਂ ਰੋਲਟ ਐਕਟ ਆਇਆ ਸੀ ਉਦੋਂ ਡਾਕਟਰ ਸੈਫੂਦੀਨ ਕਿਚਲੂ ਅਤੇ ਡਾਕਟਰ ਸੱਤਿਆਪਾਲ ਨੂੰ ਫੜ ਕੇ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਛੁਡਾਉਣ ਦੇ ਲਈ ਹੀ ਲੋਕ ਇਕੱਠੇ ਹੋਏ ਸੀ ਜਲਿਆਂਵਾਲੇ ਬਾਗ ਦੇ ਵਿੱਚ। ਤਾਂ ਉਹਨਾਂ 'ਤੇ ਨਿਹੱਥੇ ਲੋਕਾਂ 'ਤੇ ਜਨਰਲ ਡਾਇਰ ਵੱਲੋਂ ਆਦੇਸ਼ ਦਿੱਤਾ ਗਿਆ ਸੀ ਅਤੇ ਗੋਲੀਆਂ ਚਲਾਈਆਂ ਗਈਆਂ ਸੀ। ਔਰ ਇਸੇ ਨੂੰ ਜੋ ਜਨਰਲ ਡਾਇਰ ਹੈ ਇਹਨਾਂ ਦੀ ਫਿਰ ਡੈਥ ਕਿਹਨੇ ਕੀਤੀ ਸੀਗੀ, ਮਾਰਿਆ ਕਿਹਨੇ ਸੀ? 13 ਮਾਰਚ 1940 ਦੇ ਵਿੱਚ ਊਧਮ ਸਿੰਘ ਜੀ ਨੇ ਇਹਨਾਂ ਨੂੰ ਗੋਲੀ ਮਾਰ ਕੇ ਮਾਰਿਆ ਸੀਗਾ ਕੈਕਸਟਨ ਹਾਲ ਲੰਡਨ ਦੇ ਵਿੱਚ। ਜਗ੍ਹਾ ਵੀ ਤੁਸੀਂ ਯਾਦ ਰੱਖਣੀ ਹੈ, ਕੈਕਸਟਨ ਹਾਲ ਲੰਡਨ ਦੇ ਵਿੱਚ 13 ਮਾਰਚ 1940 ਨੂੰ ਜਨਰਲ ਡਾਇਰ ਨੂੰ ਮਾਰਿਆ ਗਿਆ ਸੀ। ਕਿਹਦੇ ਦੁਆਰਾ? ਸ਼ਹੀਦ ਊਧਮ ਸਿੰਘ ਜੀ ਦੁਆਰਾ। ਔਰ ਜੋ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਹੱਤਿਆਕਾਂਡ ਹੋਇਆ ਸੀ, ਉਸੇ ਨੂੰ ਉਹਨੇ ਤੋਂ ਦੁੱਖ ਪ੍ਰਗਟ ਕਰਦੇ ਹੋਏ ਰਵਿੰਦਰ ਨਾਥ ਟੈਗੋਰ ਜੀ ਨੇ ਆਪਣੀ ਨਾਈਟਹੁੱਡ ਦਾ ਜੋ ਇਹਨਾਂ ਨੇ ਟਾਈਟਲ ਦਿੱਤਾ ਹੋਇਆ ਸੀ ਉਹ ਵੀ ਵਾਪਸ ਕਰ ਦਿੱਤਾ ਗਿਆ ਸੀ। ਅਤੇ ਇੱਕ ਕੁਐਸਚਨ ਹੋਰ ਬਣਦਾ ਇਹਦੇ ਵਿੱਚੋਂ, ਜਲਿਆਂਵਾਲੇ ਬਾਗ ਵਿੱਚੋਂ ਜੋ ਜਲਿਆਂਵਾਲਾ ਬਾਗ ਹੋਇਆ ਸੀ ਉਹਨੂੰ ਰਿਵਿਊ ਕਰਨ ਵਾਸਤੇ ਕਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਸੀ? ਤਾਂ ਉਹ ਕਿਹੜੀ ਕਮੇਟੀ ਸੀ? ਉਹ ਸੀ ਹੰਟਰ ਕਮੇਟੀ। ਹੰਟਰ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਲਿਆਂਵਾਲੇ ਬਾਗ ਨੂੰ ਰਿਵਿਊ ਕਰਨ ਵਾਸਤੇ। ਠੀਕ ਹੈ, ਨੈਕਸਟ ਕੁਐਸਚਨ ਹੈ, ਕੁਐਸਚਨ ਆਈ ਗਿਆ ਆਪਣਾ ਦ ਇਨਕੁਆਇਰੀ ਕਮੇਟੀ ਔਨ ਜਲਿਆਂਵਾਲਾ ਬਾਗ ਇੰਸੀਡੈਂਟ ਵਾਜ ਹੈਡਡ ਬਾਏ। ਵੀ ਜਿਹੜੀ ਜਲਿਆਂਵਾਲੇ ਬਾਗ ਦੀ ਘਟਨਾ ਬਾਰੇ ਜਾਂਚ ਕਮੇਟੀ ਕਿਸ ਦੀ ਅਗਵਾਈ ਹੇਠ ਕੀਤੀ ਗਈ ਸੀ? ਤਾਂ ਉਹਦਾ ਰਾਈਟ ਆਨਸਰ ਹੈ ਜੀ ਹੰਟਰ ਨਾਮ ਦਾ ਬੰਦਾ ਸੀ ਔਰ ਇਸੇ ਨਾਮ 'ਤੇ ਕਮੇਟੀ ਰੱਖੀ ਗਈ ਸੀ, ਹੰਟਰ ਕਮੇਟੀ। 13 ਅਪ੍ਰੈਲ 1919 ਨੂੰ ਇਹ ਜਲਿਆਂਵਾਲਾ ਬਾਗ ਹੱਤਿਆਕਾਂਡ ਹੋਇਆ ਸੀ, ਜਿਹਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸੀ। ਔਰ ਜਲਿਆਂਵਾਲਾ ਬਾਗ ਹੱਤਿਆਕਾਂਡ ਦੀ ਗੱਲ ਕਰੀਏ, ਜਲਿਆਂਵਾਲਾ ਬਾਗ ਹੈ ਕਿੱਥੇ? ਅੰਮ੍ਰਿਤਸਰ ਦੇ ਵਿੱਚ। ਗੋਲਡਨ ਟੈਂਪਲ ਦੇ ਨਾਲ ਹੀ ਜਲਿਆਂਵਾਲਾ ਬਾਗ ਹੈ, ਉੱਥੇ ਨਿਹੱਥੇ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਤੇ ਇਸੇ ਨੂੰ ਦੁੱਖ ਪ੍ਰਗਟ ਕਰਦੇ ਹੋਏ ਰਵਿੰਦਰ ਨਾਥ ਟੈਗੋਰ ਨੇ ਆਪਣਾ ਨਾਈਟਹੁੱਡ ਦਾ ਜੋ ਟਾਈਟਲ ਸੀ ਉਹ ਵਾਪਸ ਕਰ ਦਿੱਤਾ ਗਿਆ ਸੀ। ਠੀਕ ਹੈ, ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ 10 ਕੁਐਸਚਨ ਡਿਸਕਸ ਕੀਤੇ ਅਤੇ ਉਹਨਾਂ ਨਾਲ ਐਕਸਟਰਾ ਫੈਕਟ ਵੀ ਡਿਸਕਸ ਕੀਤੇ ਹੈ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਫਿਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅਤੇ ਅਗਰ ਤੁਹਾਨੂੰ ਇਸ ਦੀ PDF ਚਾਹੀਦੀ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ, ਉੱਥੋਂ ਤੁਸੀਂ ਇਸ ਦੀ PDF ਵੀ ਡਾਊਨਲੋਡ ਕਰ ਸਕਦੇ ਹੋ। ਧੰਨਵਾਦ।